ਪੰਜਾਬ ਦੇ ਕਿਸਾਨੀ ਸੰਬੰਧੀ ਪਾਸ ਹੋਏ ਕੇਂਦਰ ਸਰਕਾਰ ਦੇ ਜੋ ਕਾਨੂੰਨ ਹਨ ਉਹਨਾਂ ਦੇ ਸੰਦਰਭ ਵਿੱਚ ਅਕਾਲੀ ਦਲ ਦਾ ਸਟੈਂਡ ਜੋ ਪਿਛਲੇ ਕਈ ਮਹੀਨਿਆਂ ਤੋਂ ਜਾਂ ਕਹਿ ਸਕਦੇ ਹਾਂ ਪਿਛਲੇ ਸਾਲ ਤੋਂ ਲਗਾਤਾਰ ਬਦਲਦਾ ਆ ਰਿਹਾ ਸੀ। ਜਦੋਂ ਦੇ ਕੰਸਲਟੇਸ਼ਨ ਪੇਪਰ ਉਹਨਾਂ ਨਾਲ ਚੱਲ ਰਹੇ ਸੀ ਅਤੇ ਬਿੱਲਾਂ ਦੇ ਪਾਸ ਹੋਣ ਤੋਂ ਇੱਕ ਦਿਨ ਦੋ ਦਿਨ ਪਹਿਲਾਂ ਵੀ ਸੁਖਬੀਰ ਸਿੰਘ ਬਾਦਲ ਵੱਲੋਂ ਅਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਹ ਬਿਆਨ ਆਏ ਕਿ ਜੋ ਕਿਸਾਨਾਂ ਦੇ ਹੱਕ ਵਿੱਚ ਬਿੱਲ ਪੇਸ਼ ਕੀਤੇ ਜਾ ਰਹੇ ਹਨ ਉਹ ਬਹੁਤ ਕਿਸਾਨਾਂ ਦੇ ਬਹੁਤ ਫਾਇਦੇਮੰਦ ਹਨ ਅਤੇ ਉਹਨਾਂ ਦੀ ਉਪਜ ਨੂੰ ਜਾਂ ਚੰਗੀ ਤਰ੍ਹਾਂ ਚੁੱਕਿਆ ਜਾਵੇਗਾ ਅਤੇ ਉਹਨਾਂ ਨੂੰ ਆਰਥਿਕ ਤੌਰ 'ਤੇ ਵੀ ਫਾਇਦਾ ਹੋਵੇਗਾ। ਪਰ ਜਿਉਂ ਹੀ ਪੰਜਾਬ ਵਿੱਚ ਇਸ ਦਾ ਵਿਰੋਧ ਕਿਸਾਨਾਂ ਵੱਲੋਂ ਅਤੇ ਹੋਰ ਵਿਰੋਧੀ ਪਾਰਟੀਆਂ ਵੱਲੋਂ ਸ਼ੁਰੂ ਹੋਇਆ ਤਾਂ ਅਕਾਲੀ ਦਲ ਨੂੰ ਆਪਣੇ ਕਹਿਣੀ ਅਤੇ ਕਥਨੀ ਵਿੱਚ ਜਿਹੜਾ ਫਰਕ ਸੀ ਉਹ ਸਾਹਮਣੇ ਆਇਆ। ਉਹਨਾਂ ਨੂੰ ਆਪਣੇ ਬਿਆਨ ਵਾਪਸ ਲੈਣੇ ਪਏ ਜਾਂ ਸਮਝਿਆ ਜਾਵੇ ਕਿ ਯੂ ਟਰਨ ਮਾਰਨੀ ਪਈ। ਅਕਾਲੀ ਦਲ ਦੇ ਇੱਕੋ ਇੱਕ ਲੋਕ ਸਭਾ ਮੈਂਬਰ ਜੋ ਕੇਂਦਰੀ ਮੰਤਰੀ ਮੰਡਲ ਵਿੱਚ ਸਨ, ਵੈਸੇ ਤਾਂ ਦੋ ਲੋਕ ਸਭਾ ਮੈਂਬਰ ਨੇ ਅਕਾਲੀ ਦਲ ਦੇ, ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ। ਸੋ ਇਸ ਸੰਦਰਭ ਵਿੱਚ ਬੀਬੀ ਜੀ ਨੂੰ ਅਸਤੀਫਾ ਦੇਣਾ ਪਿਆ ਹੈ। ਸੋ ਹੁਣ ਅਕਾਲੀ ਦਲ ਆਪਣੇ ਆਪ ਨੂੰ ਸਿੱਖ ਹਿੱਤਾਂ ਦਾ ਹਿਤੈਸ਼ੀ ਜਾਂ ਪੰਜਾਬ ਦੇ ਹਿੱਤਾਂ ਦਾ ਹਿਤੈਸ਼ੀ ਹੋਣ ਦਾ ਦੁਬਾਰਾ ਤੋਂ ਦਮ ਭਰਨ ਲੱਗਿਆ ਹੈ। ਅਤੇ ਵੱਡੀ ਗੱਲ ਇਹ ਹੋਈ ਹੈ ਕਿ ਅਕਾਲੀ ਦਲ ਮੁੜ ਤੋਂ ਸ਼੍ਰੀ ਦਮਦਮਾ ਸਾਹਿਬ, ਤਖਤ ਸ਼੍ਰੀ ਦਮਦਮਾ ਸਾਹਿਬ ਵਿੱਚ ਜਾ ਕੇ ਆਪਣੇ ਆਪ ਨੂੰ ਸਿੱਖੀ ਦਾ ਲੰਬਰਦਾਰ ਜਾਂ ਸਿੱਖੀ ਦਾ ਪਹਿਰੇਦਾਰ ਜਾਂ ਸਿੱਖੀ ਨਾਲ ਜੁੜੇ ਹੋਣ ਦਾ ਇੱਕ ਤਰ੍ਹਾਂ ਨਾਲ ਇੱਕ ਪਾਰਟੀ ਵਜੋਂ ਪੇਸ਼ ਕਰ ਰਿਹਾ ਹੈ। ਸੋ ਅਸੀਂ ਸਮਝਦੇ ਹਾਂ ਕਿ ਇਸ ਮੋੜ 'ਤੇ ਆ ਕੇ ਅਕਾਲੀ ਦਲ ਨੇ ਜੋ ਸਿਧਾਂਤਕ ਕੁਰਾਹਾ ਗ੍ਰਹਿਣ ਕੀਤਾ ਸੀ, ਸਿਧਾਂਤਕ ਕੁਰਾਹੇ 'ਤੇ ਪੈਰ ਰੱਖੇ ਸਨ 1995 ਵਿੱਚ, ਉਹਦਾ ਪੂਰਾ ਇੱਕ ਚੱਕਰ ਆ ਜੋ ਉਹ ਪੂਰਾ ਹੋ ਗਿਆ ਹੈ। ਅਕਾਲੀ ਦਲ ਨੇ ਆਪਣੀ ਮੌਤ ਦਾ ਜੋ ਮਰਸੀਆ ਸੀ 1995 ਵਿੱਚ ਲਿਖਿਆ ਸੀ ਉਹ ਇੱਕ ਤਰ੍ਹਾਂ ਨਾਲ ਪੂਰਾ ਚੱਕਰ ਕਰਕੇ ਉਹਨਾਂ ਦੇ ਸਾਹਮਣੇ ਆ ਖਲੋਤਾ ਹੈ। ਸੋ 1995 ਵਿੱਚ ਅਕਾਲੀ ਦਲ ਨੇ ਜਾਂ ਉਹਦੇ ਰਹਿਬਰਾਂ ਨੇ ਇਹ ਸੋਚਿਆ ਸੀ ਕਿ ਭਾਰਤੀ ਸਟੇਟ ਦੀ ਪੈੜ ਵਿੱਚ ਪੈੜ ਰੱਖਦਿਆਂ ਅਸੀਂ ਸ਼ਾਇਦ ਪੰਜਾਬ ਲਈ ਕੁਛ ਹਾਸਲ ਕਰ ਲਵਾਂਗੇ। ਸੋ ਪੰਜਾਬ ਲਈ ਤਾਂ ਕੁਛ ਹਾਸਲ ਨਹੀਂ ਹੋ ਸਕਿਆ, ਪਰ ਨਿੱਜੀ ਤੌਰ 'ਤੇ ਅਕਾਲੀ ਦਲ ਨੇ ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨੇ ਬਹੁਤ ਕੁਛ ਪ੍ਰਾਪਤ ਕੀਤਾ। ਨਿੱਜੀ ਵਪਾਰ, ਨਿੱਜੀ ਬਿਜ਼ਨਸ, ਸੱਤਾ ਦੇ ਬੁੱਲੇ, ਘੂਕਦੀਆਂ ਕਾਰਾਂ, ਸਰਕਾਰੀ ਖਰਚਿਆਂ 'ਤੇ ਜੋ ਕੁਛ ਵੀ ਉਹ ਕਰ ਸਕਦੇ ਸੀ ਉਹਨਾਂ ਨੇ ਹਾਸਲ ਕੀਤਾ। ਪਰ ਅੰਤ ਨੂੰ ਭਾਰਤੀ ਸਟੇਟ ਨਾਲ ਜੋ ਦੋਸਤੀ ਗੰਢੀ ਸੀ ਉਸਨੇ ਅਕਾਲੀਆਂ ਨੂੰ ਜਿਸ ਤਰ੍ਹਾਂ ਪਲੱਥ ਕੇ ਧਰਤੀ ਨਾਲ ਮਾਰਨਾ ਸੀ, ਅੱਜ ਉਹ ਸਥਿਤੀ ਸਾਡੇ ਸਾਹਮਣੇ ਆ ਰਹੀ ਹੈ ਕਿ ਜੋ ਕਰਾਹਾ ਗ੍ਰਹਿਣ ਕਰਿਆ ਸੀ ਉਸ ਕਰਾਹੇ ਦਾ ਉਸ ਵੇਲੇ ਵੀ ਸਿਆਸੀ ਵਿਸ਼ਲੇਸ਼ਕਾਂ ਨੇ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਅਤੇ ਕੁਝ ਹੋਰ ਲੀਡਰਸ਼ਿਪ ਨੂੰ ਇਹ ਆਗਾਹ ਕੀਤਾ ਸੀ ਕਿ ਤੁਹਾਨੂੰ ਭਾਰਤੀ ਸਟੇਟ ਨਾਲ ਜਿਸ ਨਾਲ ਤੁਸੀਂ ਯਾਰੀ ਗੰਢ ਕੇ ਪੰਥ ਵੱਲ ਪਿੱਠ ਕਰਕੇ, ਪੰਜਾਬ ਵੱਲ ਪਿੱਠ ਕਰਕੇ ਜਿਨ੍ਹਾਂ ਲੋਕਾਂ ਨਾਲ ਤੁਸੀਂ ਯਾਰੀ ਗੰਢਣ ਜਾ ਰਹੇ ਹੋ ਉਹਨਾਂ ਨੇ ਤੁਹਾਨੂੰ ਉਲੱਦ ਕੇ ਸਿੱਟਣਾ ਹੈ। ਸੋ ਅੱਜ ਸਾਡੇ ਸਾਹਮਣੇ ਅਸੀਂ ਸਪਸ਼ਟ ਰੂਪ ਵਿੱਚ ਦੇਖ ਰਹੇ ਹਾਂ ਕਿ ਉਹ ਉਲੱਦ ਕੇ ਸਿੱਟਣ ਲੱਗ ਗਏ ਹਨ। ਹਾਲੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ ਵੀ ਮਸੀਂ ਦਿੱਤਾ ਸੀ ਅਤੇ ਇੱਕਦਮ ਉਹਨਾਂ ਨੇ ਨਵਾਂ ਮੰਤਰੀ ਉੱਥੇ ਲਾ ਵੀ ਦਿੱਤਾ ਹੈ ਉਹਨਾਂ ਦੇ ਮਹਿਕਮੇ ਵਿੱਚ। ਅਤੇ ਪੰਜਾਬ ਦੇ ਭਾਜਪਾ ਦੇ ਲੀਡਰ ਮਦਨ ਮੋਹਨ ਮਿੱਤਲ ਦਾ ਜੋ ਬਿਆਨ ਆਇਆ ਹੈ ਕਿ ਸਾਨੂੰ ਅਕਾਲੀ ਦਲ ਦੀ ਲੋੜ ਨਹੀਂ ਹੈ, ਸਪਸ਼ਟ ਰੂਪ ਵਿੱਚ ਉਹਨਾਂ ਨੇ ਸਪਸ਼ਟ ਸੁਨੇਹੇ ਆ ਜਿਹੜੇ ਉਹ ਦੇਣੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਦਬਵੀਂ ਸੁਰ ਵਿੱਚ ਸੁਖਬੀਰ ਸਿੰਘ ਬਾਦਲ ਨੇ ਵੀ ਇਹ ਆਖਣਾ ਸ਼ੁਰੂ ਕੀਤਾ ਹੈ ਕਿ ਸਾਨੂੰ ਭਾਜਪਾ ਦੀ ਲੋੜ ਨਹੀਂ ਹੈ, ਪਰ ਜਿਸ ਕਿਸਮ ਦੀ ਦਬਵੀਂ ਸੁਰ ਆਮ ਤੌਰ 'ਤੇ ਸੁਖਬੀਰ ਸਿੰਘ ਬਾਦਲ ਜਿਸ ਉੱਚੀ ਸੁਰ ਵਿੱਚ ਭਾਸ਼ਣ ਦਿੰਦੇ ਹਨ, ਖਾਸ ਕਰਕੇ ਸਿੱਖਾਂ ਦੇ ਖਿਲਾਫ ਬੋਲਣ ਲੱਗਿਆ, ਪੰਥਕ ਜਜ਼ਬੇ ਵਾਲੇ ਸਿੱਖਾਂ ਦੇ ਖਿਲਾਫ ਬੋਲਣ ਲੱਗਿਆ, ਅੱਜ ਉਹ ਸੁਰ ਗਾਇਬ ਸੀ। ਜੋ ਭਾਜਪਾ ਦੇ ਖਿਲਾਫ ਬਿਆਨ ਦੇਣ ਲੱਗਿਆ ਉਹ ਸੁਰ ਸੁਖਬੀਰ ਸਿੰਘ ਬਾਦਲ ਵਿੱਚੋਂ ਗਾਇਬ ਹੋ ਰਹੀ ਸੀ। ਸੋ ਅਸੀਂ ਸਮਝਦੇ ਹਾਂ ਕਿ ਅਕਾਲੀ ਦਲ ਨੇ 1995 ਵਿੱਚ ਜਿਸ ਸਿਧਾਂਤਕ ਕਰਾਹੇ 'ਤੇ ਪੈਰ ਰੱਖਿਆ ਸੀ, ਅੱਜ ਉਸ ਸਿਧਾਂਤਕ ਕਰਾਹੇ ਨੇ ਅਕਾਲੀ ਦਲ ਨੂੰ ਉਸ ਦੇ ਸਾਹਮਣੇ ਲਿਆ ਖੜਾ ਕੀਤਾ ਹੈ, ਉਸ ਦੁਖਾਂਤ ਦੇ ਸਾਹਮਣੇ ਲਿਆ ਖੜਾ ਕੀਤਾ ਹੈ। ਸੋ ਭਾਰਤੀ ਸਟੇਟ ਨੇ 1995 ਵਿੱਚ ਦੋ ਵਾਰ ਕੀਤੇ ਸਨ ਪੰਜਾਬ ਉੱਤੇ, ਇੱਕ ਤਾਂ ਪੰਥਕ ਮੀਡੀਆ ਉੱਤੇ। ਸੋ ਉਹ ਅਖਬਾਰਾਂ ਜਿਨ੍ਹਾਂ ਨੂੰ ਖਾਲਸਾ ਪੰਥ ਆਪਣਾ ਮੀਡੀਆ ਸਮਝਦਾ ਸੀ ਉਹਨਾਂ ਅਖਬਾਰਾਂ ਨੇ ਪੰਜਾਬੀ ਅਤੇ ਪੰਜਾਬੀਅਤ ਵਾਲੀ ਪਹੁੰਚ ਅਪਣਾ ਲਈ ਸੀ। ਸੋ ਪੰਜਾਬੀ ਅਤੇ ਪੰਜਾਬੀਅਤ ਵਾਲੀ ਪਹੁੰਚ ਸਪਸ਼ਟ ਰੂਪ ਵਿੱਚ ਅਕਾਲੀ ਦਲ ਜਾਂ ਖਾਲਸਾ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੀ ਪਹੁੰਚ ਸੀ ਅਤੇ ਅਕਾਲੀ ਦਲ ਨੇ ਵੀ ਉਹੀ ਪਹੁੰਚ ਅਪਣਾਈ। ਇੱਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਜਿਹੜੀਆਂ ਘੱਟ ਗਿਣਤੀ ਕੌਮਾਂ ਹੁੰਦੀਆਂ ਹਨ ਉਹਨਾਂ ਦੀ ਰਾਜਨੀਤੀ ਹੈ ਜੋ ਉਹ ਸ਼ੁਗਲ ਮੇਲਾ ਨਹੀਂ ਹੁੰਦੀ, ਉਹਨਾਂ ਲਈ ਪੈਰ 'ਤੇ ਖੰਡੇ ਦੀ ਧਾਰ 'ਤੇ ਤੁਰਨ ਵਾਲਾ ਕੰਮ ਹੁੰਦਾ ਹੈ। ਸੋ ਜਦੋਂ ਅਕਾਲੀ ਦਲ ਨੂੰ ਇਹ ਮਹਿਸੂਸ ਹੋਇਆ ਕਿ ਇਸ ਨੂੰ ਇੱਕ ਸ਼ੁਗਲ ਮੇਲਾ ਬਣਾ ਦਿੱਤਾ ਜਾਵੇ, ਉਸ ਵੇਲੇ ਅਕਾਲੀ ਦਲ ਸਿਧਾਂਤਕ ਤੌਰ 'ਤੇ ਲੀਹੋਂ ਲੱਥ ਚੁੱਕਾ ਸੀ। ਸੋ
ਜੋ ਘੱਟ ਗਿਣਤੀਆਂ ਦੀ ਲੀਡਰਸ਼ਿਪ ਹੁੰਦੀ ਹੈ, ਪੈਰ ਪੈਰ 'ਤੇ ਉਸ ਨੂੰ ਆਪਣੇ ਸਿਧਾਂਤ, ਆਪਣੇ ਆਸ਼ੇ, ਆਪਣੀ ਕੌਮ ਦੀਆਂ ਉਮੀਦਾਂ, ਆਪਣੀ ਕੌਮ ਦੀ ਭਾਸ਼ਾ, ਆਪਣੀ ਕੌਮ ਦਾ ਸੱਭਿਆਚਾਰ, ਉਸ ਸਾਰੇ ਕਾਸੇ ਨੂੰ ਸੁਰੱਖਿਅਤ ਰੱਖਣਾ ਹੀ ਉਹਨਾਂ ਦੀ ਰਾਜਨੀਤੀ ਦਾ ਕੇਂਦਰੀ ਧੁਰਾ ਹੁੰਦਾ ਹੈ। ਪਰ ਅਸੀਂ ਦੇਖ ਰਹੇ ਹਾਂ ਕਿ ਭਾਰਤੀ ਸਟੇਟ ਨਾਲ ਇੱਕ ਮਿਕ ਹੋਣ ਤੋਂ ਬਾਅਦ ਅਕਾਲੀ ਦਲ ਨੇ ਜਿਸ ਸਿਧਾਂਤਕ ਪਟੜੀ 'ਤੇ ਆਪਣੀ ਗੱਡੀ ਭਜਾਉਣ ਦਾ ਯਤਨ ਕੀਤਾ, ਉਸ ਵਿੱਚੋਂ ਖਾਲਸਾ ਪੰਥ ਦੀਆਂ ਸਮੁੱਚੀਆਂ ਰਵਾਇਤਾਂ ਦਾ ਘਾਣ ਹੋਇਆ, ਖਾਲਸਾ ਪੰਥ ਦੀਆਂ ਆਸਾਂ ਤੇ ਉਮੰਗਾਂ ਦਾ ਘਾਣ ਹੋਇਆ, ਅਤੇ ਖਾਲਸਾ ਪੰਥ ਦੀਆਂ ਜੋ ਸਿਆਸੀ ਰੀਝਾਂ ਸੀ ਉਹਨਾਂ ਦਾ ਘਾਣ ਹੋਇਆ। ਉਸ ਵਿੱਚੋਂ ਹੀ ਜੋ ਲੀਡਰਸ਼ਿਪ ਉੱਭਰਨੀ ਸੀ ਖਾਲਸਾ ਪੰਥ ਦੀ, ਜੋ ਖਾਲਸਾ ਜੀ ਦੇ ਦਰਦ ਨੂੰ ਪ੍ਰਣਾਈ ਹੋਈ ਲੀਡਰਸ਼ਿਪ ਅਕਾਲੀ ਦਲ ਵਿੱਚੋਂ ਉੱਭਰਨੀ ਸੀ, ਉਸ ਦਾ ਘਾਣ ਹੋਇਆ, ਉਹ ਖਤਮ ਹੋ ਗਈ। ਉਹ ਇੱਕ ਤਰ੍ਹਾਂ ਨਾਲ ਕਿਨਾਰੇ 'ਤੇ ਲੱਗ ਗਈ, ਨੁੱਕਰੇ ਲੱਗ ਗਈ। ਅਤੇ ਵੱਡੀ ਗੱਲ ਇਹ ਹੋਈ ਕਿ ਅਕਾਲੀ ਦਲ ਨੇ ਜਿਸ ਕਿਸਮ ਦਾ ਇਹ ਸਿਧਾਂਤਕ ਰਾਹ ਅਪਣਾਇਆ, ਉਹਦੇ ਨਾਲ ਪੰਜਾਬ ਵਿੱਚੋਂ ਖਾਲਸਾ ਪੰਥ ਦੀਆਂ ਰਵਾਇਤਾਂ, ਖਾਲਸਾ ਪੰਥ ਦੀਆਂ ਰੀਝਾਂ ਅਤੇ ਪੰਜਾਬ ਦੀਆਂ ਰਾਜਸੀ ਮੰਗਾਂ ਦੇ ਸੰਦਰਭ ਵਿੱਚ ਜੋ ਇੱਕ ਸਿਧਾਂਤਕ ਬਹਿਸ ਚੱਲਣੀ ਸੀ, ਜੋ ਵਿਦਵਤਾਪੂਰਨ ਪੇਪਰ ਲਿਖੇ ਜਾਣੇ ਸਨ, ਜੋ ਵਿਦਵਤਾਪੂਰਨ ਕਿਤਾਬਾਂ ਲਿਖੀਆਂ ਜਾਣੀਆਂ ਸਨ, ਉਹਨਾਂ ਸਾਰਿਆਂ ਦਾ ਭੋਗ ਪੈ ਗਿਆ। ਪੰਜਾਬ ਵਿੱਚ ਪਿਛਲੇ 20-25 ਸਾਲਾਂ ਤੋਂ ਕੋਈ ਵੀ ਸਿੱਖ ਪੱਖੀ ਜਾਂ ਪੰਜਾਬ ਪੱਖੀ ਖੋਜ ਕਾਰਜ ਵੱਡੇ ਰੂਪ ਵਿੱਚ ਸਾਹਮਣੇ ਨਹੀਂ ਆਏ। ਬਹੁਤ ਟੁੱਟਵੇਂ ਕਹਿਰੇ ਜੋ ਖੋਜ ਕਾਰਜ ਸੀ ਉਹ ਸਾਹਮਣੇ ਆਏ। ਸੋ ਅਕਾਲੀ ਦਲ ਦੇ ਸਿਧਾਂਤਕ ਕਰਾਹੇ ਨੇ ਜਿਸ ਕਿਸਮ ਦੀਆਂ ਸਮੱਸਿਆਵਾਂ ਅਤੇ ਜਿਸ ਕਿਸਮ ਦੀਆਂ ਚੁਣੌਤੀਆਂ ਸਿੱਖਾਂ ਸਾਹਮਣੇ ਪੇਸ਼ ਕੀਤੀਆਂ, ਉਹ ਸਾਡੇ ਸਾਹਮਣੇ ਅੱਜ ਵੀ ਸਪਸ਼ਟ ਹਨ। ਪਰ ਅਕਾਲੀ ਦਲ ਨੇ ਆਪਣੇ ਆਪ ਨੂੰ ਜਿਸ ਮੋੜ 'ਤੇ ਲਿਆ ਕੇ ਖੜ੍ਹਾ ਕਰ ਲਿਆ ਹੈ, ਉਹ ਅਕਾਲੀ ਦਲ ਦੇ ਰਹਿਬਰਾਂ ਲਈ ਸੋਚਣ ਵਾਲੀ ਗੱਲ ਹੈ। ਵੈਸੇ ਘੱਟ ਗਿਣਤੀਆਂ ਨਾਲ ਇਹ ਦੁਨੀਆ ਭਰ ਵਿੱਚ ਹੁੰਦਾ ਆਇਆ ਹੈ ਅਤੇ ਹੁੰਦਾ ਰਹੇਗਾ। ਉਹਦੇ 'ਚੋਂ ਘੱਟ ਗਿਣਤੀਆਂ ਦੀ ਲੀਡਰਸ਼ਿਪ ਨੂੰ ਅਤੇ ਉਸ ਦੇ ਲੋਕਾਂ ਨੂੰ ਆਪ ਸੁਚੇਤ ਹੋਣ ਦੀ ਲੋੜ ਹੁੰਦੀ ਹੈ। ਅਜਿਹਾ ਹੀ ਯਹੂਦੀਆਂ ਨਾਲ 1790 ਵਿੱਚ ਵਾਪਰਿਆ, ਜਦੋਂ ਚਾਰੇ ਪਾਸਿਓਂ ਯਹੂਦੀਆਂ ਨੂੰ ਮਾਰ ਪੈ ਰਹੀ ਸੀ। ਉਹ ਦਰ ਦਰ ਭਟਕਦੇ ਫਿਰ ਰਹੇ ਸਨ, ਕੋਈ ਵੀ ਦੇਸ਼ ਉਹਨਾਂ ਨੂੰ ਢੋਈ ਨਹੀਂ ਸੀ ਦੇ ਰਿਹਾ। ਤਾਂ ਯਹੂਦੀਆਂ ਨੇ ਵੱਡੀ ਪੱਧਰ 'ਤੇ ਫਰਾਂਸ ਵਿੱਚ ਪਲਾਇਨ ਕਰਨੇ ਸ਼ੁਰੂ ਕਰ ਦਿੱਤੇ। ਜਰਮਨੀ ਅਤੇ ਫਰਾਂਸ ਵਿੱਚ ਸਭ ਤੋਂ ਜ਼ਿਆਦਾ ਪਲਾਇਨ ਹੋਈ ਯਹੂਦੀਆਂ ਦੀ, ਅਤੇ ਫਰਾਂਸ ਦੀ ਸਰਕਾਰ ਨੂੰ, ਜੋ ਬਹੁਗਿਣਤੀ ਦੀ ਸਰਕਾਰ ਸੀ, ਉਸ ਨੂੰ ਇੱਕਦਮ ਉਹ ਚੁਕੰਨੀ ਹੋ ਗਈ। ਉਸ ਨੇ ਆਪਣੀ ਪਾਰਲੀਮੈਂਟ ਵਿੱਚ ਇੱਕ ਕਾਨੂੰਨ ਲੈ ਕੇ ਆਂਦਾ, 1790 ਵਿੱਚ ਇੱਕ ਕਾਨੂੰਨ ਲੈ ਕੇ ਆਂਦਾ, ਜਿਸ ਵਿੱਚ ਸਪਸ਼ਟ ਤੌਰ 'ਤੇ ਆਖਿਆ ਗਿਆ ਸੀ ਕਿ ਯਹੂਦੀਆਂ ਨੂੰ ਨਿੱਜੀ ਤੌਰ 'ਤੇ ਦੇਣ ਲਈ ਸਾਡੇ ਕੋਲ ਬਹੁਤ ਕੁਛ ਹੈ, ਪਰ ਯਹੂਦੀਆਂ ਨੂੰ ਇੱਕ ਕੌਮ ਦੇ ਤੌਰ 'ਤੇ ਦੇਣ ਲਈ ਸਾਡੇ ਕੋਲ ਕੁਛ ਵੀ ਨਹੀਂ ਹੈ। ਜੇ ਯਹੂਦੀ ਨਿੱਜੀ ਤੌਰ 'ਤੇ ਕੁਛ ਮੰਗਦੇ ਹਨ, ਉਹਨਾਂ ਨੂੰ ਰਾਜਨੀਤੀ ਵਿੱਚ ਵੀ ਦਾਖਲਾ ਮਿਲੇਗਾ, ਉਹਨਾਂ ਨੂੰ ਅਫਸਰਸ਼ਾਹੀ ਵਿੱਚ ਵੀ ਵੱਡੇ ਅਹੁਦੇ ਮਿਲਣਗੇ, ਉਹਨਾਂ ਦੀਆਂ ਸਾਰੀਆਂ ਨਿੱਜੀ ਖਾਹਿਸ਼ਾਂ ਨੇ ਜਿਹੜੀਆਂ ਫਰਾਂਸ ਵਿੱਚ ਪੂਰੀਆਂ ਹੋਣਗੀਆਂ, ਪਰ ਕੌਮੀ ਤੌਰ 'ਤੇ ਦੇਣ ਲਈ ਉਹਨਾਂ ਨੂੰ ਕੁਛ ਨਹੀਂ ਹੈ। ਜੇ ਉਹ ਕੌਮ ਦੇ ਤੌਰ 'ਤੇ ਕੁਛ ਮੰਗਣਗੇ ਤਾਂ ਉਹਨਾਂ ਲਈ ਜੇਲ੍ਹਾਂ, ਕਾਲ ਕੋਠੜੀਆਂ, ਗੋਲੀਆਂ ਅਤੇ ਹੋਰ ਜੋ ਜਿਸ ਕਿਸਮ ਦਾ ਵੀ ਉਸ ਕਾਨੂੰਨ ਤਹਿਤ ਜਿਹੜੇ ਦੰਡ ਨੇ ਉਹ ਮਿਲਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਵਰਤਾਰਾ ਘੱਟ ਗਿਣਤੀਆਂ ਨਾਲ ਦੁਨੀਆ ਭਰ ਵਿੱਚ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਅਕਾਲੀ ਦਲ ਨੂੰ ਵੀ ਭਾਰਤੀ ਸਟੇਟ ਨੇ ਇਸ ਲੁਭਾਉਣੇ ਲੋਲੀਪੌਪ ਨਾਲ ਲੁਭਾ ਲਿਆ ਸੀ। ਉਹਨਾਂ ਨੂੰ ਦੱਸਿਆ ਗਿਆ ਸੀ ਕਿ ਨਿੱਜੀ ਤੌਰ 'ਤੇ ਦੇਣ ਲਈ ਸਾਡੇ ਕੋਲ ਸਭ ਕੁਝ ਹੈ, ਤੁਹਾਡੇ ਲਈ ਵਜ਼ੀਰੀਆਂ ਨੇ, ਤੁਹਾਡੇ ਲਈ ਮੁੱਖ ਮੰਤਰੀ ਦੇ ਅਹੁਦੇ ਨੇ, ਘੂਕ ਦੀਆਂ ਗੱਡੀਆਂ ਨੇ, ਪੁਲਿਸ ਦੀਆਂ ਸਲੂਟਾਂ ਨੇ, ਅਫਸਰਸ਼ਾਹੀ ਦੇ ਸਲਾਮਾਂ ਨੇ, ਤੁਹਾਡੀ ਸੱਤਾ ਦੇ ਜੋ ਇੱਕ ਤਰ੍ਹਾਂ ਨਾਲ ਤੁਹਾਡੇ ਵਿੱਚ ਖਾਹਿਸ਼ਾਂ ਨੇ ਉਹ ਪੂਰੀਆਂ ਹੋਣਗੀਆਂ। ਪਰ ਜੇ ਤੁਸੀਂ ਆਪਣੀ ਕੌਮ ਲਈ ਕੁਛ ਮੰਗੋਗੇ ਤਾਂ ਉਹ ਸਾਡੇ ਲਈ ਕੁਛ ਨਹੀਂ ਹੈ। ਸੋ ਆਪਣੀ ਕੌਮ ਲਈ ਕੁਛ ਨਹੀਂ ਮੰਗਣਾ, ਆਪਣੇ ਨਿੱਜ ਲਈ ਜਿੰਨਾ ਵੀ ਕੁਛ ਮੰਗੋਗੇ ਉਹ ਤੁਹਾਨੂੰ ਪਰੋਸਿਆ ਜਾਊਗਾ। ਅਤੇ ਅਸੀਂ ਦੇਖ ਸਕਦੇ ਹਾਂ ਵੀ ਅਕਾਲੀ ਦਲ ਨੇ ਆਪਣੀ ਕੌਮ ਤੋਂ ਜੋ ਪਿੱਠ ਮੋੜੀ, ਪੰਜਾਬ ਤੋਂ ਜੋ ਪਿੱਠ ਮੋੜੀ, ਉਹਦੇ 'ਚ ਉਸਨੇ ਆਪਣੇ ਨਿੱਜੀ ਤੌਰ 'ਤੇ ਤਾਂ ਬਹੁਤ ਅੰਬਾਰ ਲਗਾ ਲਏ, ਆਪਣੇ ਵਪਾਰ ਦੇ ਅੰਬਾਰ, ਜਹਾਜ਼ਾਂ ਤੱਕ ਦੇ ਮਾਲਕ ਅਕਾਲੀ ਦਲ ਦੇ ਲੀਡਰ ਬਣ ਗਏ। ਪਰ ਕੌਮ ਨਾਲ ਜੋ ਧਰੋਹ ਕਮਾਇਆ, ਉਸ ਦੀ ਸਜ਼ਾ ਅਕਾਲੀ ਦਲ ਨੂੰ ਸ਼ਾਇਦ ਇਤਿਹਾਸ ਨੇ ਹੁਣ ਦੇਣੀ ਸ਼ੁਰੂ ਕਰ ਦਿੱਤੀ ਹੈ। ਸੋ ਜੇ ਅਕਾਲੀ ਦਲ ਹੁਣ ਵੀ ਖਾਲਸਾ ਪੰਥ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਜਾਵੇ, ਜੋ ਕਿ ਹੁਣ ਉਹ ਹੋਣ ਦਾ ਯਤਨ ਕਰ ਰਿਹਾ ਹੈ, ਜਿਨ੍ਹਾਂ ਗੁਰਧਾਮਾਂ ਨੂੰ ਪਿੱਠ ਦੇ ਕੇ ਅਕਾਲੀ ਦਲ ਨੇ ਦਿੱਲੀ ਵੱਲ ਅੱਖਾਂ ਕੀਤੀਆਂ ਸੀ, ਅੱਜ ਮੁੜ ਤੋਂ ਜਦੋਂ ਸੰਕਟ ਵਿੱਚ ਆਇਆ ਹੈ ਅਕਾਲੀ ਦਲ, ਤਾਂ ਮੁੜ ਉਹਨਾਂ ਗੁਰਧਾਮਾਂ ਦੀ ਸ਼ਰਨ ਵਿੱਚ ਆਉਣਾ ਪਿਆ ਹੈ। ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਅਕਾਲੀ ਦਲ ਦੀ ਲੀਡਰਸ਼ਿਪ ਦਾ ਜਾ ਕੇ ਨਤਮਸਤਕ ਹੋਣਾ ਅਤੇ ਇਹ ਲੋਕਾਂ ਨੂੰ ਦੱਸਣਾ ਕਿ ਅਸੀਂ ਅੱਜ ਵੀ ਸਿੱਖ ਪੰਥ ਦੇ ਨਾਲ ਖੜ੍ਹੇ ਹਾਂ। ਅਸੀਂ ਸਮਝਦੇ ਹਾਂ ਵੀ ਅਕਾਲੀ ਦਲ ਦੀ ਕਮਜ਼ੋਰ ਬਿਰਤੀ ਅਤੇ ਹਾਰੀ ਹੋਈ ਮਾਨਸਿਕਤਾ ਦੀ ਨਿਸ਼ਾਨੀ ਹੈ। ਅਕਾਲੀ ਦਲ ਸਿੱਖਾਂ ਦੀ ਮਾਂ ਪਾਰਟੀ ਸੀ। ਸਾਡੇ ਬਜ਼ੁਰਗਾਂ ਨੇ ਅਕਾਲੀ ਦਲ ਨੂੰ ਬਚਾਉਣ ਲਈ
ਆਪਣੀਆਂ ਸ਼ਹਾਦਤਾਂ ਦਿੱਤੀਆਂ, ਲੱਖਾਂ ਲੋਕ ਜੇਲ੍ਹਾਂ ਵਿੱਚ ਗਏ, ਪਰ ਅਕਾਲੀ ਦਲ ਦਾ ਸਰੂਪ 1995 ਤੋਂ ਬਾਅਦ ਬਦਲ ਦਿੱਤਾ ਗਿਆ। ਇਹਦੇ ਵਿੱਚੋਂ ਅੰਮ੍ਰਿਤਧਾਰੀ, ਦਸਤਾਰਧਾਰੀ ਤੇ ਕੇਸਾਧਾਰੀ ਲੋਕਾਂ ਦੀ ਗਿਣਤੀ ਹੌਲੀ-ਹੌਲੀ ਘਟਣੀ ਸ਼ੁਰੂ ਹੋ ਗਈ। ਉਹਨਾਂ ਨੂੰ ਬਾਹਰ ਕੱਢ-ਕੱਢ ਕੇ ਮਾਰਿਆ ਗਿਆ। ਉਹਨਾਂ ਦੀ ਥਾਂ ਕੁਛ ਇਹੋ ਜਿਹੇ ਅਨਸਰਾਂ ਦਾ ਅਕਾਲੀ ਦਲ ਵਿੱਚ ਦਾਖਲਾ ਹੋਇਆ, ਜਿਨ੍ਹਾਂ ਦਾ ਅਕਾਲੀ ਦਲ ਦੇ ਸਿਧਾਂਤਾਂ ਨਾਲ ਜਾਂ ਅਕਾਲੀ ਦਲ ਦੀ ਰਾਜਨੀਤੀ ਨਾਲ, ਅਕਾਲੀ ਦਲ ਦੀ ਸਿਧਾਂਤਕ ਪਹੁੰਚ ਨਾਲ ਕੋਈ ਵੀ ਲਾਗਾ ਦੇਗਾ ਨਹੀਂ ਸੀ। ਉਹ ਤਾਂ ਜਸਟ ਸੱਤਾ ਦਾ ਆਨੰਦ ਮਾਣਨ ਆਏ ਸਨ, ਤੇ ਅੱਜ ਸੱਤਾ ਦਾ ਆਨੰਦ ਮਾਣਨ ਵਾਲੇ ਲੋਕ ਹੌਲੀ-ਹੌਲੀ ਗਿਰਨੇ ਸ਼ੁਰੂ ਹੋ ਗਏ ਹਨ, ਕਿਉਂਕਿ ਉਹਨਾਂ ਨੂੰ ਲੱਗ ਰਿਹਾ ਹੈ ਕਿ ਅਕਾਲੀ ਦਲ ਹੁਣ ਸੱਤਾ ਨਹੀਂ ਮਾਣ ਸਕਦਾ। ਸੋ ਅੱਜ ਵੀ ਜਦੋਂ ਕਿਸਾਨੀ ਦੇ ਮੁੱਦੇ 'ਤੇ ਸਾਰਾ ਪੰਜਾਬ ਸੜਕਾਂ 'ਤੇ ਆਇਆ ਹੋਇਆ ਹੈ, ਅਕਾਲੀ ਦਲ ਦੇ ਖਿਲਾਫ ਲੋਕਾਂ ਵਿੱਚ ਇੱਕ ਰੋਹ ਭਰਿਆ ਹੋਇਆ ਹੈ, ਕਿਉਂਕਿ ਅਕਾਲੀ ਦਲ ਕਿਸਾਨਾਂ ਤੋਂ ਵੱਖਰਾ ਸਟੈਂਡ ਲੈ ਰਿਹਾ ਸੀ। ਇਸੇ ਤਰ੍ਹਾਂ ਅਕਾਲੀ ਦਲ ਨੇ ਪੰਜਾਬ ਦੀ ਰਾਜਧਾਨੀ ਤੋਂ ਆਪਣਾ ਵੱਖਰਾ ਸਟੈਂਡ ਕਰ ਲਿਆ ਹੈ ਕਿ ਰਾਜਧਾਨੀ ਦਾ ਮੁੱਦਾ ਅਕਾਲੀ ਦਲ ਦੀ ਕੇਂਦਰੀ ਮੁੱਦਿਆਂ ਵਿੱਚ ਨਹੀਂ ਰਿਹਾ। ਬਹੁਤ ਸਾਰੇ ਸਰਕਾਰੀ ਦਫ਼ਤਰ ਅਕਾਲੀ ਦਲ ਨੇ ਆਪਣੀ ਸਰਕਾਰ ਵੇਲੇ ਹੀ ਚੰਡੀਗੜ੍ਹ ਤੋਂ ਮੋਹਾਲੀ ਵਿੱਚ ਤਬਦੀਲ ਕਰ ਦਿੱਤੇ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਪਣਾ ਦਾਅਵਾ ਅਕਾਲੀ ਦਲ ਨੇ ਹੌਲੀ-ਹੌਲੀ ਛੱਡ ਦਿੱਤਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਲਗਾਤਾਰ 10, 15, 20 ਸਾਲਾਂ ਦੌਰਾਨ ਜੋ ਫੈਸਲੇ ਲਏ, ਉਸਨੇ ਅਕਾਲੀ ਦਲ ਦੀ ਸਿਧਾਂਤਕ ਪਹੁੰਚ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਅਕਾਲੀ ਦਲ ਦਾ ਕੁਰਾਹਾ 1995 ਵਿੱਚ ਆਰੰਭ ਹੋਇਆ ਤੇ ਅੱਜ 2020 'ਚ ਆ ਕੇ 25 ਸਾਲਾਂ ਬਾਅਦ ਇੱਕ ਤਰ੍ਹਾਂ ਨਾਲ ਅਕਾਲੀ ਦਲ ਮੁੜ ਉਸ ਪਰੇ ਵਿੱਚ ਖੜਾ ਹੈ ਜਿੱਥੇ ਉਸ ਨੂੰ ਮੁੜ ਤੋਂ ਜ਼ੀਰੋ ਤੋਂ ਸ਼ੁਰੂ ਕਰਨਾ ਪਵੇਗਾ। ਤੇ ਬੇਸ਼ੱਕ ਅਕਾਲੀ ਦਲ ਦੀਆਂ ਪੁਰਾਤਨ ਰਵਾਇਤਾਂ ਜੋ ਅਕਾਲੀ ਦਲ ਨੇ ਕਾਇਮ ਕਰੀਆਂ ਸੀ, ਉਹਨਾਂ ਦਾ ਜ਼ੋਰ ਹਾਲੇ ਬਾਕੀ ਹੈ। ਉਹਦੇ 'ਚੋਂ ਬਹੁਤ ਸਾਰੇ ਸਿੱਖ ਨੇ ਹਾਲੇ ਵੀ ਅਕਾਲੀ ਦਲ ਦੀ ਹਮਾਇਤ ਵਿੱਚ ਆਉਣਗੇ, ਉਹਨੂੰ ਵੋਟਾਂ ਪਾਉਣਗੇ, ਪਰ ਅਸੀਂ ਸਮਝਦੇ ਹਾਂ ਕਿ ਅਕਾਲੀ ਦਲ ਸਿਰਫ ਵੋਟਾਂ ਹਾਸਲ ਕਰਨ ਵਾਲੀ ਪਾਰਟੀ ਨਹੀਂ ਸੀ। ਅਕਾਲੀ ਦਲ ਸਿਧਾਂਤ ਦੀ ਪਾਰਟੀ ਸੀ। ਅਕਾਲੀ ਦਲ ਨੂੰ ਆਪਣੇ ਲੋਕਾਂ ਨਾਲ ਖੜੇ ਹੋਣਾ ਚਾਹੀਦਾ ਸੀ, ਜੋ ਕਿ ਸੱਤਾ ਦੇ ਲਾਲਚ ਵਿੱਚ ਆ ਕੇ ਉਸਨੇ ਇਹਨਾਂ ਗੱਲਾਂ ਨੂੰ ਵਿਸਾਰ ਦਿੱਤਾ ਤੇ ਅੱਜ ਉਸ ਦਾ ਖਮਿਆਜ਼ਾ ਅਕਾਲੀ ਦਲ ਨੂੰ ਭੁਗਤਣਾ ਪੈ ਰਿਹਾ ਹੈ। ਹੋ ਸਕਦਾ ਹੈ ਜੇ ਅਕਾਲੀ ਦਲ ਦੀ ਲੀਡਰਸ਼ਿਪ ਇਮਾਨਦਾਰ ਹੋਵੇ ਅਤੇ ਇਮਾਨਦਾਰੀ ਨਾਲ ਖਾਲਸਾ ਪੰਥ ਨਾਲ ਖੜੇ, ਸੱਤਾ ਦਾ ਤਿਆਗ ਕਰਕੇ, ਸੱਤਾ ਦੇ ਲਾਲਸਾ ਦਾ, ਸੱਤਾ ਦੇ ਮੋਹ ਦਾ ਤਿਆਗ ਕਰਕੇ ਜੇ ਉਹ ਪੰਜਾਬ ਨਾਲ ਖੜੇ, ਪੰਥ ਨਾਲ ਖੜੇ, ਸਿੱਖਾਂ ਨਾਲ ਖੜੇ, ਹੋ ਸਕਦਾ ਹੈ ਖਾਲਸਾ ਕੌਮ ਮੁੜ ਤੋਂ ਅਕਾਲੀ ਦਲ ਦੀ ਇਸ ਲੀਡਰਸ਼ਿਪ ਨੂੰ ਆਪਣੇ ਗਲ ਨਾਲ ਲਾ ਲਵੇ। ਪਰ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇੱਕ ਵੱਡੇ ਇਮਤਿਹਾਨ ਵਿੱਚੋਂ ਲੰਘਣਾ ਪਵੇਗਾ। ਉਹਨਾਂ ਨੂੰ ਇਹ ਦਰਸਾਉਣਾ ਪਵੇਗਾ ਕਿ ਉਹ ਵਾਕਿਆ ਹੀ ਇਮਾਨਦਾਰੀ ਨਾਲ ਸਿੱਖਾਂ ਦੇ ਨਾਲ ਹਨ। ਉਹਨਾਂ ਦਾ ਕੇਂਦਰੀ ਸੱਤਾਧਾਰੀਆਂ ਨਾਲ ਉਹ ਰਿਸ਼ਤਾ ਨਹੀਂ ਰਿਹਾ ਜੋ ਕਿਸ ਵੇਲੇ ਹੁੰਦਾ ਸੀ। ਸੋ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਤਮ ਚੀਨਣ ਕਰਨ ਦੀ ਲੋੜ ਹੈ, ਆਪਣੇ ਗਿਰੇਬਾਨ ਵਿੱਚ ਝਾਤੀ ਮਾਰਨ ਦੀ ਲੋੜ ਹੈ। ਪਿਛਲੇ 25-30 ਸਾਲਾਂ ਦੌਰਾਨ ਜੋ ਉਹਨਾਂ ਨੇ ਸਿਧਾਂਤਕ ਕੁਰਾਹਾ ਅਪਣਾਇਆ, ਉਹਦੀਆਂ ਗਲਤੀਆਂ ਨੂੰ ਮੰਨ ਕੇ ਇੱਕ ਤਰ੍ਹਾਂ ਨਾਲ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਾ ਕੇ ਉਹਨਾਂ ਗਲਤੀਆਂ ਨੂੰ ਚਿਤਾਰਨਾ ਚਾਹੀਦਾ ਹੈ, ਉਹਨਾਂ ਨੂੰ ਮੰਨਣਾ ਚਾਹੀਦਾ ਹੈ ਤੇ ਕੋਈ ਸਿਧਾਂਤਕ ਪੇਪਰ ਜੋ ਡਾਕੂਮੈਂਟ ਹੈ, ਸਿਧਾਂਤਕ ਡਾਕੂਮੈਂਟ ਕਿਸੇ ਰਾਜਨੀਤਿਕ ਪਾਰਟੀ ਦਾ, ਉਹ ਅਕਾਲੀ ਦਲ ਨੂੰ ਪੰਜਾਬ ਸਾਹਮਣੇ ਤੇ ਸਿੱਖਾਂ ਸਾਹਮਣੇ ਰੱਖਣਾ ਚਾਹੀਦਾ ਹੈ ਕਿ ਸਾਡੇ ਇਹ ਨਿਸ਼ਾਨੇ ਨੇ, ਇਹ ਵਾਅਦੇ ਨੇ। ਉਸ ਸੰਦਰਭ ਵਿੱਚ ਹੀ ਸਿੱਖ ਕੌਮ ਮੁੜ ਤੋਂ ਅਕਾਲੀ ਦਲ ਨੂੰ ਆਪਣੇ ਹਿੱਕ ਨਾਲ ਲਾ ਸਕਦੀ ਹੈ। ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਪਾਰਟੀਆਂ ਜੋ ਪੰਜਾਬ ਵਿੱਚ ਆਪਣਾ ਵਜੂਦ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮਨਜ਼ੂਰ ਨਹੀਂ ਕੀਤਾ। ਬੜੇ ਵੱਡੇ ਯਤਨ ਹੋਏ, ਪਰ ਕਿਉਂਕਿ ਉਹ ਸਿੱਖੀ ਤੋਂ ਟੁੱਟੇ ਹੋਏ ਲੋਕ ਨੇ, ਉਹ ਸਿਰਫ ਰਾਜਨੀਤੀ ਕਰਨੀ ਚਾਹੁੰਦੇ ਹਨ। ਪੰਜਾਬ ਵਿੱਚ ਰਾਜਨੀਤੀ ਕਰਨ ਵਾਲੇ ਸਿੱਖੀ ਤੋਂ ਟੁੱਟ ਕੇ, ਖਾਲਸਾ ਪੰਥ ਦੀਆਂ ਰਵਾਇਤਾਂ ਤੋਂ ਟੁੱਟ ਕੇ ਮੇਰਾ ਖਿਆਲ ਹੈ ਵੀ ਕੋਈ ਰਾਜਨੀਤੀ ਨਹੀਂ ਕਰ ਸਕਦਾ। ਸੋ ਜੇ ਉਹਨਾਂ ਵੀਰਾਂ ਨੇ ਵੀ ਰਾਜਨੀਤੀ ਕਰਨੀ ਹੈ ਤਾਂ ਉਹਨਾਂ ਨੂੰ ਖਾਲਸਾਈ ਪਰੰਪਰਾਵਾਂ ਦੇ ਤਹਿਤ ਇੱਕ ਸਿੱਖ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਸਿੱਖਾਂ ਦੀਆਂ ਰਾਜਸੀ, ਧਾਰਮਿਕ, ਪਰੰਪਰਾਇਕ ਤੇ ਇਤਿਹਾਸਕ ਮੰਗਾਂ ਦੇ ਸੰਦਰਭ ਵਿੱਚ ਆਪਣੀ ਰਾਜਨੀਤੀ ਕਰਨੀ ਪਵੇਗੀ। ਅਸੀਂ ਸਮਝਦੇ ਹਾਂ ਵੀ ਅਕਾਲੀ ਦਲ ਇਸ ਇੱਕ ਕੂ ਚੱਕਰ ਵਿੱਚ ਫਸ ਗਿਆ ਸੀ, ਇੱਕ ਘਟੀਆ ਚੱਕਰ ਵਿੱਚ ਫਸ ਗਿਆ ਸੀ। ਉਹ ਚੱਕਰ ਹੁਣ ਪੂਰਾ ਹੋ ਗਿਆ ਹੈ। ਇਤਿਹਾਸ ਨੇ ਅਕਾਲੀ ਦਲ ਨੂੰ ਪਟਕਾ ਕੇ ਧਰਤੀ ਨਾਲ ਮਾਰਿਆ ਹੈ। ਜੇ ਅਕਾਲੀ ਦਲ ਮੁੜ ਤੋਂ ਖੜਾ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਪੁਰਾਣੀਆਂ ਗਲਤੀਆਂ ਨੂੰ ਮੰਨ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿੱਚ ਭੁੱਲਾਂ ਦੀ ਸੋਧ ਕਰਵਾ ਕੇ ਮੁੜ ਤੋਂ ਖਾਲਸਾ ਪੰਥ ਦੀਆਂ ਜੋ ਆਸਾਂ, ਮੰਗਾਂ ਤੇ ਰੀਝਾਂ ਅਕਾਲੀ ਦਲ ਵਿੱਚ ਪਈਆਂ ਹਨ, ਉਹਨਾਂ 'ਤੇ ਪਹਿਰਾ ਦੇ ਕੇ ਹੀ ਉਹ ਮੁੜ ਤੋਂ ਆਪਣੀ ਡਿੱਗੀ ਹੋਈ ਸ਼ਾਖ ਨੂੰ ਬਰਕਰਾਰ ਰੱਖ ਸਕਦਾ ਹੈ। ਸੋ 1790 ਵਿੱਚ ਫਰਾਂਸ ਨੇ ਜੋ ਕਾਨੂੰਨ ਪਾਸ ਕੀਤਾ ਸੀ ਕਿ ਤੁਹਾਨੂੰ ਨਿੱਜੀ ਤੌਰ 'ਤੇ ਦੇਣ ਲਈ ਬਹੁਤ ਕੁਝ ਹੈ, ਪਰ ਕੌਮੀ ਤੌਰ 'ਤੇ ਦੇਣ ਲਈ ਸਾਡੇ ਕੋਲ ਕੁਝ ਨਹੀਂ, ਉਹ ਬਿਲਕੁਲ ਉਸੇ ਸਿਧਾਂਤ 'ਤੇ ਭਾਰਤੀ ਸਟੇਟ ਨੇ ਅਕਾਲੀ ਦਲ ਨੂੰ ਨਚਾਇਆ। ਉਹਨਾਂ ਨੂੰ ਨਿੱਜੀ ਤੌਰ 'ਤੇ ਬਹੁਤ ਕੁਝ ਦਿੱਤਾ, ਪਰ ਕੌਮੀ ਤੌਰ 'ਤੇ ਸਾਰਾ ਕੁਝ ਖੋਹ ਲਿਆ। ਸੋ ਅਕਾਲੀ ਦਲ ਨੂੰ ਮੁੜ ਤੋਂ ਉਸ ਕਰਾਹੇ ਤੋਂ ਨਵੇਂ ਰਾਹ 'ਤੇ ਆ ਕੇ ਖਾਲਸਾ ਪੰਥ ਨੂੰ ਕੌਮੀ ਤੌਰ 'ਤੇ ਕੁਝ ਹਾਸਲ ਕਰਕੇ ਦੇਣ ਦਾ ਯਤਨ ਕਰਨਾ ਚਾਹੀਦਾ ਹੈ। ਨਿੱਜੀ ਤੌਰ 'ਤੇ ਉਹਨਾਂ ਨੇ ਬਹੁਤ ਕੁਝ ਦੇ ਲਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਅਕਾਲੀ ਦਲ ਦੀ ਲੀਡਰਸ਼ਿਪ
ਉਸ ਕਰਾਹੇ ਤੋਂ ਬਾਹਰ ਆਊਗੀ। ਸਪਸ਼ਟ ਸਿਧਾਂਤਕ ਪਹੁੰਚ ਜੋ ਖਾਲਸਾ ਜੀ ਦੀਆਂ ਰਵਾਇਤਾਂ ਅਨੁਸਾਰ ਸਹੀ ਹੋਵੇ ਉਹਨੂੰ ਅਪਣਾਵੇਗੀ ਅਤੇ ਖਾਲਸਾ ਜੀ ਨੂੰ ਤੇ ਪੰਜਾਬ ਨੂੰ ਅਗਵਾਈ ਦੇਣ ਦਾ ਮੁੜ ਤੋਂ ਯਤਨ ਕਰੇਗੀ।